परम सन्मानियो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। धन धन बाबा श्री चंद जी महाराज रब्बी बख्शिशां दे नाल दुखियां दे दुख दूर करते सन। गुरु का लंगर हर वक्त चलदा रहिंदा सी। आउंदे जांदे राहगीर मुसाफिर ਅਤੇ गरीब लोग बेबे नानकी जी ਦੇ ਘਰ ਆ ਕੇ ਲੰਗਰ ਛਕਦੇ ਸਨ। ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸੁਲਤਾਨਪੁਰ ਵਿੱਚ ਬੇਬੇ ਨਾਨਕੀ ਜੀ ਦੇ ਪਾਸ ਬੈਠੇ ਹੋਏ ਸਨ। ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਬਾਬਾ ਜੀ ਦੀ ਸਮਾਧੀ ਖੁੱਲੀ ਦੇਖ ਕੇ ਭਾਈ ਮੰਗਲ ਸੈਣ ਹੱਥ ਜੋੜ ਕੇ ਖੜਾ ਹੋ ਗਿਆ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ, ਸਿੱਖਾ ਜੋ ਕਹਿਣਾ ਹੈ ਕਹਿ ਦਿਓ, ਮਨ ਦੇ ਵਿੱਚ ਨਹੀਂ ਰੱਖਣਾ। ਬਾਬਾ ਜੀ ਦੀ ਗੱਲ ਸੁਣ ਕੇ ਭਾਈ ਮੰਗਲ ਸੈਣ ਕਹਿਣ ਲੱਗਾ, ਮਹਾਰਾਜ ਇਸ ਕਲਯੁਗ ਦੇ ਅੰਦਰ ਸ਼ਾਂਤੀ ਨਹੀਂ ਹੈ। ਮਨ ਸਾਰੇ ਪਾਸਿਆਂ ਤੋਂ ਅਸ਼ਾਂਤ ਹੋ ਕੇ ਭਟਕਦਾ ਰਹਿੰਦਾ ਹੈ। ਕਿਰਪਾ ਕਰੋ ਮੇਰੀ ਭਟਕਣਾ ਦੂਰ ਕਰਕੇ ਸ਼ਾਂਤੀ ਬਖਸ਼ਿਸ਼ ਕਰੋ। ਬਾਬਾ ਸ਼੍ਰੀ ਚੰਦ ਜੀ ਨੇ ਫਰਮਾਇਆ, ਐ ਸਿੱਖਾ ਜੇਕਰ ਹੱਥ ਜੋੜਿਆਂ ਸ਼ਾਂਤੀ ਮਿਲਦੀ ਤਾਂ ਸਭ ਜਗਤ ਨੂੰ ਸਾਧੂਆਂ ਪਾਸੋਂ ਮਿਲ ਜਾਂਦੀ। ਹੱਥ ਜੋੜਿਆਂ ਗੱਲਾਂ ਦੇ ਨਾਲ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ। ਸ਼ਾਂਤੀ ਸਾਧ ਸੰਗਤ ਤੇ ਗਰੀਬਾਂ ਦੀ ਸੇਵਾ ਤੇ ਪਰਮਾਤਮਾ ਦਾ ਨਾਮ ਜਪਦਿਆਂ ਪ੍ਰਾਪਤ ਹੁੰਦੀ ਹੈ। ਜਦੋਂ ਇਹ ਜੀਵ ਇੱਕ ਕਰਤਾਰ ਨੂੰ ਹੀ ਜੀਵਾਂ ਦੇ ਅੰਦਰ ਦੇਖਦਾ ਹੈ ਤਾਂ ਆਪਣੇ ਹੰਕਾਰ ਦਾ ਤਿਆਗ ਕਰਕੇ ਇੱਕ ਪਰਮੇਸ਼ਰ ਤੇ ਆਪਣਾ ਯਕੀਨ ਰੱਖ ਲੈਂਦਾ ਹੈ। ਫਿਰ ਸੰਸਾਰ ਵਿੱਚ ਸੇਵਾ ਸਿਮਰਨ ਦੇ ਨਾਲ ਜੁੜ ਕੇ ਇਸ ਨੂੰ ਸੱਚੇ ਸੁੱਖ ਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਧੰਨ ਬਾਬਾ ਸ਼੍ਰੀ ਚੰਦ ਜੀ ਦੇ ਇਹ ਅਨਮੋਲ ਬਚਨ ਸੰਗਤ ਵਿੱਚ ਬੈਠੇ ਹੋਏ ਇੱਕ ਸਿੱਖ ਗਿਰਧਾਰੀ ਨੰਦ ਨੇ ਵੀ ਆਪਣੇ ਕੰਨਾਂ ਵਿੱਚ ਪਾ ਲਏ ਅਤੇ ਬਾਬਾ ਜੀ ਦੇ ਇਹਨਾਂ ਵਡਮੁੱਲੇ ਬਚਨਾਂ ਤੇ ਚੱਲ ਕੇ ਸੰਗਤ ਦੀ ਸੇਵਾ ਵਿੱਚ ਜੁੜ ਗਿਆ ਅਤੇ ਪਰਮਾਤਮਾ ਦਾ ਨਾਮ ਜਪਦਿਆਂ ਸਾਧ ਸੰਗਤ ਦੀ ਸੇਵਾ ਕਰਦਿਆਂ ਆਪਣਾ ਜੀਵਨ ਬਤੀਤ ਕਰਨ ਲੱਗਾ। ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਨੇ ਉਸ ਦੀ ਅਣਥੱਕ ਸੇਵਾ ਤੇ ਖੁਸ਼ ਹੋ ਕੇ ਉਸ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ, ਭਾਈ ਤੂੰ ਬਹੁਤ ਸੇਵਾ ਕਮਾਈ ਹੈ। ਤੇਰੀ ਇਹ ਕੀਤੀ ਹੋਈ ਸੇਵਾ ਅਤੇ ਜਪਿਆ ਹੋਇਆ ਨਾਮ ਹੀ ਤੇਰਾ ਸਹਾਈ ਹੋਣਾ, ਕਿਉਂਕਿ ਸਤ ਕਰਤਾਰ ਤੋਂ ਬਿਨਾਂ ਹੋਰ ਕੋਈ ਵੀ ਸਹਾਈ ਨਹੀਂ ਹੈ। ਬਾਬਾ ਜੀ ਦੇ ਮੁਖਾਰਬਿੰਦ ਤੋਂ ਐਸੇ ਬਚਨ ਸੁਣ ਕੇ ਗਿਰਧਾਰੀ ਕਹਿਣ ਲੱਗਾ, ਮੈਨੂੰ ਇਸ ਗੱਲ ਦਾ ਦ੍ਰਿਸ਼ਟਾਂਤ ਦਿਓ ਕਿ ਪਰਮੇਸ਼ਰ ਤੋਂ ਬਿਨਾਂ ਮੇਰਾ ਕੋਈ ਵੀ ਸਹਾਈ ਨਹੀਂ ਹੈ। ਮਨ ਦੇ ਵਿੱਚ ਤਾਂ ਇਹੀ ਖਿਆਲ ਭਾਸਦਾ ਹੈ ਕਿ ਮੇਰਾ ਪਰਿਵਾਰ ਹੀ ਸਹਾਈ ਹੈ। ਕਿਰਪਾ ਕਰੋ ਇਹ ਸੱਚ ਵੀ ਦਿਖਾ ਦਿਓ ਕਿ ਕਰਤਾਰ ਹੀ ਸਹਾਈ ਹੈ। ਸਿੱਖ ਦੀ ਗੱਲ ਸੁਣ ਕੇ ਬਾਬਾ ਜੀ ਕਹਿਣ ਲੱਗੇ, ਦੱਸ ਤੇਰਾ ਪਿਆਰ ਪਰਿਵਾਰ ਦੇ ਵਿੱਚੋਂ ਕਿਸ ਦੇ ਨਾਲ ਜ਼ਿਆਦਾ ਹੈ। ਗਿਰਧਾਰੀ ਨੰਦ ਕਹਿਣ ਲੱਗਾ, ਜੀ ਮੇਰਾ ਪਿਆਰ ਮੇਰੀ ਪਤਨੀ ਦੇ ਨਾਲ ਹੈ। ਉਹ ਵੀ ਮੇਰੇ ਨਾਲ ਸੱਚੇ ਦਿਲੋਂ ਪਿਆਰ ਕਰਦੀ ਹੈ। ਮੈਂ ਆਪਣੇ ਮਾਤਾ ਪਿਤਾ ਤੋਂ ਅਲੱਗ ਰਹਿੰਦਾ ਹਾਂ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਭਾਈ ਜੇ ਤੂੰ ਸੱਚ ਦੇਖਣਾ ਹੈ ਤਾਂ ਕੁਝ ਦਿਨਾਂ ਲਈ ਆਪਣੀ ਪਤਨੀ ਨੂੰ ਦਿਖਾਲਣ ਵਾਸਤੇ ਰੋਗੀ ਬਣ ਜਾ। ਜਦੋਂ ਕੋਈ ਬੁਲਾਵੇ ਬੋਲੀ ਨਾ, ਨੇਤਰ ਬੰਦ ਕਰਕੇ ਪਿਆ ਰਹੀਂ। ਫਿਰ ਤੂੰ ਸੱਚ ਆਪਣੀਆਂ ਅੱਖਾਂ ਦੇ ਨਾਲ ਦੇਖ ਲਈ ਕਿ ਪਰਮੇਸ਼ਰ ਤੋਂ ਬਿਨਾਂ ਤੇਰਾ ਕੋਈ ਵੀ ਸਹਾਈ ਨਹੀਂ ਹੈ। ਗਿਰਧਾਰੀ ਨੰਦ ਨੇ ਆਪਣੇ ਘਰ ਪਹੁੰਚ ਕੇ ਇਸ ਤਰ੍ਹਾਂ ਹੀ ਕੀਤਾ। ਜਦੋਂ ਉਸ ਦੀ ਇਸਤਰੀ ਨੇ ਦੇਖਿਆ ਕਿ ਇਹ ਬੋਲਦਾ ਚੱਲਦਾ ਨਹੀਂ, ਕੁਝ ਖਾ ਪੀ ਵੀ ਨਹੀਂ ਰਿਹਾ, ਤਾਂ ਘਰਵਾਲੀ ਨੇ ਇਸ ਦੀ ਮੌਤ ਨੇੜੇ ਜਾਣ ਕੇ ਕਿਸੇ ਵੈਦ ਹਕੀਮ ਨੂੰ ਨਾ ਬੁਲਾਇਆ। ਮਨ ਦੇ ਵਿੱਚ ਇਹ ਖਿਆਲ ਕਰਕੇ ਕਿ ਜੇਕਰ ਇਹ ਮਰ ਗਿਆ ਤਾਂ 2-3 ਦਿਨ ਕੁਝ ਖਾਧਾ ਪੀਤਾ ਵੀ ਨਹੀਂ ਜਾਣਾ। ਇਸ ਕਰਕੇ ਉਹ ਆਪਣੇ ਕਮਰੇ ਅੰਦਰ ਚਲੀ ਗਈ ਤੇ ਕਮਰੇ ਅੰਦਰ ਜਾ ਕੇ ਉਸਨੇ ਰੱਜ ਕੇ ਖਾਧਾ ਪੀਤਾ ਤੇ ਘਰ ਦਾ ਸਾਰਾ ਕੀਮਤੀ ਸਮਾਨ ਇੱਕ ਥਾਂ ਤੇ ਇਕੱਠਾ ਕਰਕੇ ਜਿੰਦਰਾ ਲਾ ਦਿੱਤਾ ਅਤੇ ਆਪਣੇ ਪਤੀ ਦੇ ਮਾਤਾ ਪਿਤਾ ਨੂੰ ਸੁਨੇਹਾ ਭੇਜ ਦਿੱਤਾ ਕਿ ਤੁਹਾਡਾ ਪੁੱਤਰ ਮਰਨ ਕਿਨਾਰੇ ਹੈ, ਜਲਦੀ ਪਹੁੰਚੋ।
ਇਹ ਸੁਨੇਹਾ ਸੁਣ ਕੇ ਗਿਰਧਾਰੀ ਨੰਦ ਦੇ ਮਾਤਾ-ਪਿਤਾ ਅਤੇ ਹੋਰ ਲੋਕ ਇਕੱਠੇ ਹੋ ਗਏ। ਇਹ ਸਭ ਦੇਖ ਕੇ ਗਿਰਧਾਰੀ ਨੰਦ ਨੂੰ ਸੱਚ ਨਜ਼ਰ ਆਉਣ ਲੱਗਾ। ਮੰਜੀ ਤੋਂ ਉੱਠ ਕੇ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਆ ਗਿਆ ਅਤੇ ਚਰਨਾਂ ਤੇ ਡੇਕ ਕੇ ਅੱਖਾਂ ਤੋਂ ਹੰਝੂ ਕੇਰਦੇ ਨੇ ਕਿਹਾ, ਤੁਸੀਂ ਸੱਚ ਹੀ ਕਿਹਾ ਸੀ, ਕਰਤਾਰ ਬਿਨਾ ਕੋਈ ਸਹਾਈ ਨਹੀਂ ਹੈ। ਮੇਰੇ ਮਾਪਿਓ ਨੇ ਮੇਰਾ ਦੁੱਖ ਮੰਨਿਆ, ਪਰ ਜਿਸ ਤੇ ਮੈਨੂੰ ਬਹੁਤ ਮਾਣ ਸੀ, ਉਸੇ ਇਸਤਰੀ ਨੇ ਮੇਰਾ ਦਿਲ ਤੋੜ ਦਿੱਤਾ। ਗਿਰਧਾਰੀ ਨੰਦ ਨੂੰ ਗਿਆਨ ਹੋ ਗਿਆ। ਬਾਬਾ ਸ਼੍ਰੀ ਚੰਦ ਜੀ ਨੇ ਪਰਮੇਸ਼ਰ ਭਗਤੀ ਦਾ ਉਪਦੇਸ਼ ਦਿੱਤਾ। ਗਿਰਧਾਰੀ ਨੰਦ ਨੂੰ ਸਤਨਾਮ ਜਪਦਿਆਂ ਅਗਮ ਨਿਗਮ ਦੀ ਸੋਝੀ ਹੋ ਗਈ ਅਤੇ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਪਖੋਕੇ ਵਿੱਚ ਰਹਿੰਦਿਆਂ ਬਾਬਾ ਸ਼੍ਰੀ ਚੰਦ ਜੀ ਦੇ ਛੋਟੇ ਭਰਾ ਬਾਬਾ ਲਖਮੀ ਚੰਦ ਜੀ ਦੀ ਆਯੂ 14 ਸਾਲ ਦੀ ਹੋ ਗਈ ਸੀ। ਮਾਤਾ ਸੁਲੱਖਣੀ ਜੀ ਨੇ ਪਿਤਾ ਮੂਲ ਚੰਦ ਜੀ ਨੂੰ ਕਿਹਾ ਕਿ ਆਪ ਸੁਲਤਾਨਪੁਰ ਤੋਂ ਪੁੱਤਰ ਸ਼੍ਰੀ ਚੰਦ ਜੀ ਨੂੰ ਲੈ ਕੇ ਆਓ। ਬੇਬੇ ਨਾਨਕੀ ਜੀ ਨੂੰ ਕਹਿਣਾ ਕਿ ਇਹਨਾਂ ਦੀ ਮਾਤਾ ਉਦਾਸ ਹੈ। ਨਾਨਾ ਮੂਲ ਚੰਦ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਸੁਲਤਾਨਪੁਰ ਤੋਂ ਪਖੋਕੇ ਲੈ ਕੇ ਆ ਗਏ। ਬਾਬਾ ਸ਼੍ਰੀ ਚੰਦ ਜੀ ਇਸ ਵਕਤ 16 ਸਾਲ ਦੇ ਹੋ ਚੁੱਕੇ ਸਨ। ਬਾਬਾ ਜੀ ਦੇ ਮੁਖ ਤੋਂ ਕਹੇ ਸ਼ਬਦਾਂ ਦਾ ਪ੍ਰਭਾਵ ਸੁਣਨ ਵਾਲਿਆਂ ਤੇ ਪੈਂਦਾ ਸੀ। ਬਾਬਾ ਸ਼੍ਰੀ ਚੰਦ ਜੀ ਗੁਰੂ ਪਿਤਾ ਜੀ ਦੀ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ ਅਤੇ ਪਰਮੇਸ਼ਰ ਭਗਤੀ ਵਿੱਚ ਰੰਗੇ ਰਹਿੰਦੇ ਸਨ। ਬਾਬਾ ਜੀ ਦੇ ਚਿਹਰੇ ਤੇ ਸਦਾ ਨੂਰ ਡਲਕਾ ਮਾਰਦਾ। ਜੋ ਕੋਈ ਵੀ ਦਰਸ਼ਨ ਕਰਦਾ ਉਸ ਦਾ ਹਿਰਦਾ ਵੀ ਖੁਸ਼ੀ ਨਾਲ ਭਰ ਜਾਂਦਾ। ਪਖੋਕੇ ਵਿੱਚ ਇੱਕ ਧਰਮਸ਼ਾਲਾ ਸੀ, ਜਿੱਥੇ ਬਾਬਾ ਜੀ ਬੈਠ ਜਾਂਦੇ। ਸੰਗਤਾਂ ਦਾ ਇਕੱਠ ਹੁੰਦਾ। ਫਿਰ ਬਾਬਾ ਜੀ ਸੰਗਤਾਂ ਨੂੰ ਉਪਦੇਸ਼ ਕਰਦੇ। ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ। ਜੋ ਭੇਟਾਂ ਸੰਗਤਾਂ ਵੱਲੋਂ ਹੁੰਦੀਆਂ, ਬਾਬਾ ਜੀ ਇਹ ਸਾਰੀਆਂ ਭੇਟਾਵਾਂ ਗਰੀਬਾਂ ਦੇ ਵਿੱਚ ਵੰਡ ਦਿੰਦੇ। ਇੱਕ ਦਿਨ ਪੰਡਤ ਬਿਸ਼ਨ ਦਾਸ ਸੰਗਤਾਂ ਦੇ ਵਿੱਚ ਆ ਕੇ ਬੈਠ ਗਿਆ। ਉਸ ਦੇ ਮਨ ਵਿੱਚ ਸੰਸਾ ਪੈਦਾ ਹੋ ਗਿਆ ਕਿ ਮੈਂ ਵਿਦਵਾਨ ਪੰਡਤ ਹਾਂ। ਇੰਨੀਆਂ ਭੇਟਾਵਾਂ ਮੇਰੇ ਅੱਗੇ ਕਦੇ ਵੀ ਕਿਸੇ ਨੇ ਨਹੀਂ ਰੱਖੀਆਂ, ਨਾ ਹੀ ਕਦੇ ਮੇਰਾ ਕਿਸੇ ਨੇ ਇੰਨਾ ਇੱਜ਼ਤ ਮਾਣ ਕੀਤਾ ਹੈ। ਦਿਲਾਂ ਦੀਆਂ ਜਾਣਨ ਵਾਲੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਪੰਡਤ ਦੇ ਮਨ ਦੀ ਗੱਲ ਜਾਣ ਕੇ ਕਿਹਾ, ਪੰਡਤ ਬਿਸ਼ਨ ਦਾਸ, ਤੂੰ ਪਰਮੇਸ਼ਰ ਭਗਤੀ ਨਹੀਂ ਕੀਤੀ। ਤੂੰ ਜੋ ਦੇਖ ਰਿਹਾ ਹੈ ਸਭ ਪਰਮੇਸ਼ਰ ਭਗਤੀ ਦਾ ਪ੍ਰਤਾਪ ਹੈ। ਤੂੰ ਵੀ ਸੱਚੇ ਦਿਲੋਂ ਭਗਤੀ ਕਰ, ਕਿਉਂਕਿ ਸਭ ਵਡਿਆਈਆਂ ਉਸ ਪਰਮਾਤਮਾ ਦੇ ਹੱਥ ਹਨ। ਜਿਹੜਾ ਪਰਮਾਤਮਾ ਨੂੰ ਭਾ ਜਾਏ ਉਸ ਨੂੰ ਮਿਲ ਜਾਂਦੀਆਂ ਹਨ। ਹੰਕਾਰ ਵਸ ਕੀਤਾ ਕੋਈ ਵੀ ਕਰਮ ਸ਼ੁਭ ਨਹੀਂ ਰਹਿੰਦਾ। ਐਸਾ ਉਪਦੇਸ਼ ਸੁਣ ਕੇ ਪੰਡਤ ਬਿਸ਼ਨ ਦਾਸ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਿਆ ਅਤੇ ਪ੍ਰੇਮ ਦੇ ਨਾਲ ਸਤਨਾਮ ਦਾ ਜਾਪ ਕਰਨ ਲੱਗਾ। ਪ੍ਰੇਮਾ ਭਗਤੀ ਦੇ ਕਾਰਨ ਉਹ ਮੋਹ ਮਾਇਆ ਤੋਂ ਨਿਰਲੇਪ ਹੋ ਗਿਆ। ਜਗਤ ਦੇ ਪਦਾਰਥਾਂ ਦੇ ਮੋਹ ਉਸ ਦੇ ਮਨ ਤੋਂ ਦੂਰ ਚਲੇ ਗਏ। ਇਸੇ ਪ੍ਰਕਾਰ ਸੰਗਤਾਂ ਵਿੱਚ ਬੈਠੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਇੱਕ ਫਕੀਰ ਆਇਆ ਤੇ ਹੱਥ ਜੋੜ ਕੇ ਪੁੱਛਣ ਲੱਗਾ, ਮਹਾਰਾਜ, ਮੈਂ ਘਰ-ਬਾਰ ਛੱਡ ਕੇ ਫਕੀਰ ਬਣ ਗਿਆ ਹਾਂ, ਪਰ ਨਾ ਹੀ ਮਨ ਕਾਬੂ ਵਿੱਚ ਹੋਇਆ ਹੈ ਅਤੇ ਨਾ ਹੀ ਅਧਿਆਤਮਕ ਸੁੱਖ ਦੀ ਪ੍ਰਾਪਤੀ ਹੋਈ ਹੈ। ਮੇਰੇ ਤੇ ਕਿਰਪਾ ਕਰੋ, ਮੈਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੋਵੇ। ਬਾਬਾ ਸ਼੍ਰੀ ਚੰਦ ਜੀ ਨੇ ਫਰਮਾਇਆ, ਚਾਹੇ ਕੋਈ ਘਰ ਰਹੇ ਚਾਹੇ ਕੋਈ ਬਾਹਰ, ਮਨ ਨੂੰ ਗਿਆਨ ਨਾਲ ਕਾਬੂ ਕਰਕੇ ਜੀਵ ਵਿਵੇਕ ਬੁੱਧੀ ਨੂੰ ਆਪਣੇ ਮਨ ਦਾ ਦਰਬਾਨ ਬਣਾ ਲਵੇ। ਫਿਰ ਵਿਵੇਕ ਬੁੱਧੀ ਤ੍ਰਿਸ਼ਨਾ ਨੂੰ ਆਪਣੇ ਅੰਦਰ ਪ੍ਰਵੇਸ਼ ਨਹੀਂ ਕਰਨ ਦੇਵੇਗੀ। ਫਿਰ ਜਦੋਂ ਮਨ ਸੰਸਾਰੀ ਪਦਾਰਥਾਂ ਨੂੰ ਮਿੱਥਿਆ ਜਾਣ ਕੇ ਨਿਰੰਕਾਰ ਦੀ ਭਗਤੀ ਪ੍ਰੇਮ ਨਾਲ ਕਰੇਗਾ ਤਾਂ ਇਸ ਦੇ ਮਨ ਦੀ ਭਟਕਣਾ ਵੀ ਦੂਰ ਹੋ ਜਾਏਗੀ ਅਤੇ ਇਹ ਸੱਚੇ ਸੁੱਖ ਦੀ ਪ੍ਰਾਪਤੀ ਕਰ ਲਵੇਗਾ। ਐਸਾ ਉਪਦੇਸ਼ ਸੁਣ ਕੇ ਉਸ ਫਕੀਰ ਨੂੰ ਗਿਆਨ ਹੋ ਗਿਆ ਕਿ ਸਾਰੀ ਅਸਲ ਕਥਾ ਕਹਾਣੀ ਆਪਣੇ ਮਨ ਦੀ ਹੈ। ਬਾਹਰ ਜੰਗਲਾਂ ਦੇ ਵਿੱਚ ਘੁੰਮਣ ਫਿਰਨ ਦੀ ਨਹੀਂ, ਉਸ ਪਰਮਾਤਮਾ ਦੀ ਸੱਚੇ ਦਿਲੋਂ ਕੀਤੀ ਭਗਤੀ ਨਾਲ ਹੀ ਸੱਚੇ ਸੁੱਖ ਦੀ ਪ੍ਰਾਪਤੀ ਹੋਵੇਗੀ। ਇਸੇ ਪ੍ਰਕਾਰ ਸਤ ਸੰਗਤ ਵਿੱਚ ਬੈਠੇ ਭਾਈ ਨੱਥਾ ਸਿੰਘ ਨੇ ਅਰਜ਼ ਕੀਤੀ ਕਿ ਬਾਬਾ ਜੀ, ਇਸ ਸੰਸ਼ੇ ਨੂੰ ਦੂਰ ਕਰੋ ਕਿ ਕੀ ਜਨਮ ਮਰਨ ਦੇ ਵਿੱਚ ਇਸ ਜੀਵ ਦਾ ਕੋਈ ਦਖਲ ਵੀ ਹੈ। ਭਾਈ ਨੱਥਾ ਸਿੰਘ ਦਾ ਪ੍ਰਸ਼ਨ ਸੁਣ ਕੇ
ਬਾਬਾ ਸ਼੍ਰੀ ਚੰਦ ਜੀ ਨੇ ਉੱਤਰ ਦਿੱਤਾ ਕਿ ਇਹ ਜੀਵ ਨਿਰੰਕਾਰ ਦੇ ਹੁਕਮ ਅੰਦਰ ਜਨਮ ਲੈ ਕੇ ਆਪਣੇ ਚੰਗੇ ਅਤੇ ਮੰਦੇ ਕਰਮਾਂ ਅਨੁਸਾਰ ਜੀਵਨ ਬਤੀਤ ਕਰਦਾ ਹੈ। ਜਿਨ੍ਹਾਂ ਨੇ ਪੁਰਬਲੇ ਜਨਮਾਂ ਅੰਦਰ ਨੇਕ ਕਰਮ ਕੀਤੇ ਹੁੰਦੇ ਹਨ, ਉਹ ਜੀਵ ਇਸ ਜਨਮ ਅੰਦਰ ਚੰਗੇ ਫਲ ਭੋਗ ਰਹੇ ਹਨ। ਭਾਈ ਨੱਥਾ ਸਿੰਘ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ, ਕੀ ਮਾੜੇ ਕਰਮ ਬਦਲੇ ਜਾ ਸਕਦੇ ਹਨ? ਤਾਂ ਬਾਬਾ ਜੀ ਨੇ ਫਰਮਾਇਆ ਕਿ ਗੁਰਸਿੱਖ ਗੁਰਬਾਣੀ ਧਰਮ ਗ੍ਰੰਥਾਂ ਦਾ ਗਿਆਨ ਪ੍ਰਾਪਤ ਕਰਕੇ ਅੱਗੇ ਤੋਂ ਬੁਰੇ ਕਰਮਾਂ ਨੂੰ ਤਿਆਗੇ, ਸਾਧ ਸੰਗਤ ਦੀ ਸੇਵਾ, ਨਿਰੰਕਾਰ ਦੀ ਭਗਤੀ ਕਰੇ। ਐਸੇ ਚੰਗੇ ਕਰਮ ਕਰਦਿਆਂ ਜੇ ਕਰਤਾਰ ਦੀ ਨਜ਼ਰ ਹੋ ਜਾਵੇ ਤਾਂ ਮਾੜੇ ਕਰਮ ਦਾ ਨਾਸ ਹੋ ਜਾਂਦਾ ਹੈ। ਜਦੋਂ ਭਾਈ ਨੱਥਾ ਸਿੰਘ ਨੇ ਮਹਾਰਾਜ ਪਾਸੋਂ ਐਸੇ ਬਚਨ ਸੁਣੇ ਤਾਂ ਉਹ ਹੋਰ ਹੀ ਰੰਗ ਵਿੱਚ ਰੰਗਿਆ ਗਿਆ ਤੇ ਉਸ ਨੂੰ ਸਾਰੀ ਸੁੱਧ ਬੁੱਧ ਭੁੱਲ ਗਈ। ਬਾਬਾ ਸ਼੍ਰੀ ਚੰਦ ਮਹਾਰਾਜ ਨੇ ਭਾਈ ਕਮਲਿਆ ਜੀ ਨੂੰ ਕਿਹਾ, ਇਸ ਦੇ ਮੱਥੇ ਤੇ ਆਪਣੇ ਪੈਰ ਦਾ ਅੰਗੂਠਾ ਲਾ ਦਿਓ। ਜਦੋਂ ਭਾਈ ਕਮਲਿਆ ਜੀ ਨੇ ਭਾਈ ਨੱਥਾ ਸਿੰਘ ਦੇ ਮੱਥੇ ਤੇ ਆਪਣੇ ਪੈਰ ਦਾ ਅੰਗੂਠਾ ਲਾਇਆ ਤਾਂ ਭਾਈ ਨੱਥਾ ਸਿੰਘ ਹੋਸ਼ ਵਿੱਚ ਆ ਗਿਆ। ਉਸ ਨੂੰ ਅਗਮ ਨਿਗਮ ਦੀ ਸੋਝੀ ਹੋ ਗਈ। ਜਿੱਥੇ ਵੀ ਵੇਖਦਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਦਰਸ਼ਨ ਹੁੰਦੇ। ਭਾਈ ਨੱਥਾ ਸਿੰਘ ਪਰਮੇਸ਼ਰ ਦੀ ਭਗਤੀ ਵਿੱਚ ਜੁੜ ਗਿਆ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਮਿਹਰ ਦੀ ਨਜ਼ਰ ਹੋ ਗਈ। ਭਾਈ ਨੱਥਾ ਸਿੰਘ ਭਗਤੀ ਕਰਨ ਲੱਗ ਪਿਆ, ਸੇਵਾ ਕਰਨ ਲੱਗ ਪਿਆ ਤੇ ਸੰਸਾਰ ਸਮੁੰਦਰ ਤੋਂ ਤਰ ਗਿਆ ਤੇ ਉਸ ਦਾ ਜੀਵਨ ਸਫਲ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।